कि मेरा छोटा भरा मर गया यार, ਉਹਦੇ ਬੱਚੇ ਮੈਂ ਆਪਦੇ ਬੱਚੇ ਨਹੀਂ ਪਾਲ ਪਾ ਰਿਹਾ ਤਾਂ ਮੈਂ ਉਹਦੇ ਬੱਚੇ ਕਿਵੇਂ ਪਾਲੂੰ। ਪੁਲਿਸ ਤੁਹਾਨੂੰ ਸਾਰਾ ਕੁਝ ਦੱਸ ਦਿੰਦੀ ਹੈ ਕਿ ਆਹ ਕਾਤਲ ਸੀ, ਇਹਨਾਂ ਨੇ ਕਤਲ ਕਿਉਂ ਕੀਤਾ, ਤਾਂ ਫਿਰ ਤੋਂ ਤੁਹਾਡੀ ਸੰਤੁਸ਼ਟੀ ਹੈ। ਪਰਿਵਾਰ ਦੀ ਸੰਤੁਸ਼ਟੀ ਹੋਣੀ ਸਭ ਤੋਂ ਮੇਨ ਜ਼ਰੂਰੀ ਹੈ। ਉਹਨਾਂ ਕੋਲ ਤਾਂ ਵਿਚਾਰਿਆਂ ਕੋਲ ਐਂਬੂਲੈਂਸ ਦੇ ਪੈਸੇ ਵੀ ਨਹੀਂ ਸੀ ਲਿਜਾਣ ਵਾਸਤੇ। 400 ਕਿਲੋਮੀਟਰ ਗੱਡੀ ਗਈ ਹੈ ਜੀ, 800 ਕਿਲੋਮੀਟਰ ਦੇ 12-13 ਹਜ਼ਾਰ ਰੁਪਏ ਲੈ ਲਿਆ। ਪਿੰਡ ਸ਼ਹਿਰ ਦੇ ਰਹਿਣ ਵਾਲੇ ਉਹ ਰਾਜਸਥਾਨ ਦੇ ਜੁਜਰੂ ਦੇ ਸੀਗੇ ਜੀ। ਕਿ ਉਹ ਜਿਹੜੀ ਐਂਬੂਲੈਂਸ ਦਾ ਖਰਚਾ ਉਹ ਪ੍ਰਸ਼ਾਸਨ ਦੇਊਗਾ। ਉੱਥੇ ਜਾ ਕੇ ਉਹ ਬਲ ਦੇਖੋ ਕੈਬ ਕਿੰਨੇ ਪੈਸੇ ਮਿਲੇ ਫਿਰ 12-13 ਹਜ਼ਾਰ ਰੁਪਏ ਕੈਬ ਵਾਲੇ ਉਹਨੇ ਲੈ ਲਿਆ, ਐਂਬੂਲੈਂਸ ਵਾਲੇ ਨੇ। ਜਦੋਂ ਪ੍ਰਸ਼ਾਸਨ ਨੇ ਪੈਸੇ ਦਿੱਤੇ ਹੀ ਨਹੀਂ ਜਾਂ ਉਹਨੂੰ ਕਹਿ ਕੇ ਨਹੀਂ ਕਿ ਵੀ ਤੂੰ ਛੱਡ ਕੇ ਆ ਜਾ, ਪੈਸੇ ਤੈਨੂੰ ਪ੍ਰਸ਼ਾਸਨ ਦੇਊਗਾ, ਠੀਕ ਹੈ ਤੂੰ ਬਿੱਲ ਬਣਾ ਦੀ ਅਸੀਂ ਤੈਨੂੰ ਦੇ ਦਾਂਗੇ, ਤੇ ਉਹਨੇ ਤਾਂ ਲੈ ਲਿਆ ਆਪਦੇ ਫਿਰ। ਇਹਨਾਂ ਦਾ ਇੱਕ ਸਾਥੀ ਦਾ 31 ਜੁਲਾਈ ਨੂੰ ਕਤਲ ਹੋ ਜਾਂਦਾ ਨਿਊ ਚੰਡੀਗੜ੍ਹ। ਕਤਲ ਹੋ ਜਾਂਦਾ, ਉਹ ਅੱਧੀ ਰਾਤ ਨੂੰ ਭਾਵੇਂ ਕਤਲ ਹੋਇਆ, ਪਰ ਉਸ ਦੀ ਸੂਚਨਾ ਜਿਵੇਂ ਹੀ ਮਿਲੀ। ਪਰਿਵਾਰ ਦੇ ਉਸ ਬੰਦੇ ਦੇ 2 ਛੋਟੇ ਬੱਚੇ ਆ, ਉਹ ਸਿਰਫ ਇਕੱਲਾ ਕਮਾਉਣ ਵਾਲਾ ਸੀ, ਔਰ ਇੱਥੇ ਵੀ ਉਹ ਆਪਣੀ ਭੈਣ ਦੇ ਕੋਲ ਰਹਿੰਦਾ ਸੀ। ਉਹਦਾ ਪਰਿਵਾਰ ਕਮਾਉਣ ਵਾਲਾ ਉਹ ਸੀਗਾ, ਉਹ ਚਲਾ ਗਿਆ ਜੀ। ਉਹਦੇ ਬੱਚਿਆਂ ਨੂੰ ਜ਼ਿੰਦਗੀ ਜਿਹੜੀ ਉਹਦੀ ਲਾਈਫ ਲਈ ਡੇਲੀ ਬੇਸਿਸ ਨੀਡਸ ਹੈਗੇ ਨੇ, ਸਟੱਡੀ, ਰੋਜ਼ਗਾਰ, ਜੋ ਵੀ ਚੀਜ਼ਾਂ ਨੇ, ਉਹ ਕੌਣ ਦਊਗਾ। ਅਸੀਂ ਕਹਿੰਦੇ ਹਾਂ ਵੀ 25 ਮਿੰਟ ਤੱਕ ਅਗਰ ਐਂਬੂਲੈਂਸ ਉੱਥੇ ਨਹੀਂ ਪਹੁੰਚੀ, ਅੱਗੇ ਵੀ ਉਹਨਾਂ ਨੇ ਇੱਕ ਬੰਦਾ ਮਾਨਸਾ ਤੋਂ ਫੜ ਲਿਆ। ਕਿਉਂਕਿ ਗੱਲ ਦਾ ਕਾਰਨ ਪਤਾ ਲੱਗਿਆ ਕਿ ਉਸ ਡਰਾਈਵਰ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਹੋਇਆ ਉਹਦੀ ਡੈਥ ਹੋ ਗਈ, ਉਹਦਾ ਪਰਿਵਾਰ, ਉਹਦੇ ਬੱਚੇ ਸਰਵਾਈਵ ਨਹੀਂ ਕਰ ਪਾਣਗੇ। ਉਹਦੇ ਪਰਿਵਾਰ ਦੇ ਬੱਚੇ ਨਾ ਰੋਣ, ਸਾਡੇ ਕਿਸੇ ਭਰਾ ਦੇ ਕੰਮ ਦੀ ਖਾਤਰ ਕਈ ਆਪਣੇ ਘਰਾਂ ਨੂੰ ਛੱਡ ਕੇ ਦੂਰ ਦਰਾਡਿਓਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਦੋਂ ਰੋਜ਼ੀ ਰੋਟੀ ਦੇ ਲਈ ਕੰਮ ਕਰਦੇ ਨੇ, ਤਾਂ ਉਸ ਕੰਮ ਕਰਦੇ ਦੌਰਾਨ ਜਾਨ ਤੱਕ ਚਲੀ ਜਾਵੇ, ਕਤਲ ਕਰ ਦਿੱਤਾ ਜਾਵੇ, ਕਿੱਡੀ ਵੱਡੀ ਗੱਲ ਹੋ ਜਾਂਦੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸਮੇਂ ਸਿਰ ਦੇ ਉੱਤੇ ਕਾਰਵਾਈਆਂ ਨਹੀਂ ਹੋ ਪਾਉਂਦੀਆਂ। ਇਸ ਪਾਸੇ ਮੇਰੇ ਨਾਲ ਇਸ ਵਕਤ ਸੈਕਟਰ 17 ਦੇ ਵਿੱਚ ਉਹ ਕੈਬ ਡਰਾਈਵਰ ਖੜੇ ਨੇ ਜਿਹੜੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਆਪਣੇ ਪੱਧਰ ਤੇ ਕਰਦੇ ਨੇ, ਦਿਨ ਰਾਤ ਇੱਕ ਕਰਕੇ ਕਮਾਈ ਕਰਦੇ ਨੇ। ਪਰ ਇਹਨਾਂ ਦਾ ਇੱਕ ਸਾਥੀ ਦਾ 31 ਜੁਲਾਈ ਨੂੰ ਕਤਲ ਹੋ ਜਾਂਦਾ ਨਿਊ ਚੰਡੀਗੜ੍ਹ। ਉਸ ਕੇਸ ਦੇ ਵਿੱਚ ਹੁਣ ਤੱਕ ਕਿੱਥੋਂ ਤੱਕ ਪੁਲਿਸ ਨੇ ਕਾਰਵਾਈ ਕੀਤੀ ਹੈ, ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਚਾਹੁੰਦੇ ਕੀ ਨੇ ਸਾਰੇ, ਇਹ ਸਾਰੀਆਂ ਗੱਲਾਂ ਵੀ ਕਰਾਂਗੇ। ਸਭ ਤੋਂ ਪਹਿਲਾਂ ਭਾਈ ਜੀ ਇਹ ਦੱਸੋ ਕਿ ਸਾਰੀ ਚੰਡੀਗੜ੍ਹ, ਮੋਹਾਲੀ ਜਾਂ ਟਰਾਈ ਸਿਟੀ ਦਾ ਗੱਲ ਕਰੀਏ, ਕਿੰਨੇ ਕੁ ਕੈਬ ਡਰਾਈਵਰ ਆ ਜਿਹੜੇ ਇਸ ਰੋਜ਼ੀ ਰੋਟੀ ਲਈ ਕੰਮ ਲਈ ਲੱਗੇ ਆ? ਸਰ ਦੇਖੀਏ 15 ਤੋਂ 20 ਹਜ਼ਾਰ ਕੈਬ ਆਪਰੇਟਰ ਹੈਗਾ ਜੀ, ਜਿਹਦੇ 'ਚ ਟੈਕਸੀ ਸਟੈਂਡ ਵਾਲੇ ਪੁਰਾਣੀਆਂ ਗੱਡੀਆਂ ਜਿਹੜੇ ਵੀ A B C D, ਹੁਣ ਤਾਂ D ਸੀਰੀਜ਼ ਵੀ ਚੱਲ ਗਈ, ਇੰਨੀਆਂ ਸਾਡੀਆਂ ਗੱਡੀਆਂ ਇੱਥੇ ਹੈਗੀਆਂ ਨੇ ਜਿਹੜੇ ਇਸ ਰੋਜ਼ੀ ਰੋਟੀ ਨਾਲ ਜੁੜੇ ਹੋਏ ਨੇ। ਜੇ ਅਸੀਂ ਕੇਸ ਦੀ ਗੱਲ ਕਰੀਏ, ਕਤਲ ਹੋ ਜਾਂਦਾ, ਉਹ ਅੱਧੀ ਰਾਤ ਨੂੰ ਭਾਵੇਂ ਕਤਲ ਹੋਇਆ, ਪਰ ਉਸ ਦੀ ਸੂਚਨਾ ਜਿਵੇਂ ਹੀ ਮਿਲੀ, ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਜਾ ਕੇ ਰੋਸ ਮੁਜ਼ਾਹਰਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਾਤਲ ਫੜੇ ਜਾਣੇ ਚਾਹੀਦੇ ਆ। ਇਸ ਕਤਲ ਕੇਸ ਦੇ ਵਿੱਚ ਹੁਣ ਕਹਾਣੀ ਪੁੱਜੀ ਕਿੱਥੋਂ ਤੱਕ ਹੈ ਤੇ ਤੁਸੀਂ ਕੀ ਸਮਝਿਆ, ਕੀ ਹੋਇਆ ਉਹਦੇ ਵਿੱਚ? ਸਰ ਦੇਖੀਏ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਕਮਿਊਨਿਟੀ ਨਾਲ, ਕਿ ਚਾਹੇ ਉਹ ਕੈਬ ਵਾਲਾ ਹੈ, ਚਾਹੇ ਆਟੋ ਵਾਲਾ, ਕੁਝ ਵੀ ਤਰੀਕੇ ਆ, ਉਹ ਓਲਾ ਉਬਰ ਜਿਹਦੇ 'ਚ ਵੀ ਗੱਡੀ ਚਲਾਉਂਦਾ ਹੈ, ਪਹਿਲੀ ਗੱਲ ਤਾਂ ਬਾਈ ਜੀ ਉਹਦਾ ਮੈਡੀਕਲ ਇੰਸ਼ੋਰੈਂਸ ਔਰ ਟਰਮ ਇੰਸ਼ੋਰੈਂਸ ਜਿਹੜੀ ਐਗਰੀਗੇਟਰ ਪਾਲਿਸੀ ਦੇ ਅਧੀਨ ਚਲਾਉਂਦਾ ਹੈ, ਜੋ ਲਾਅ ਦੇ ਵਿੱਚ ਵੀ ਲਿਖਿਆ ਹੈ ਤੇ ਪਾਲਿਸੀ ਦੇ ਵਿੱਚ ਵੀ ਲਿਖਿਆ ਹੈ ਕਿ ਉਹਨੂੰ ਸਾਨੂੰ ਕਰਾਉਣਾ ਚਾਹੀਦਾ ਹੈ, ਜਿਹੜੀ ਅੱਜ ਤੱਕ ਕਿਸੇ ਵੀ ਕੰਪਨੀ ਨੇ ਨਹੀਂ ਦਿੱਤਾ ਸਾਨੂੰ ਇੰਸ਼ੋਰੈਂਸ। ਤੇ ਸਾਡੀ ਉੱਥੇ ਮੰਗ ਇਹ ਸੀ ਜੀ ਉਹਨੂੰ ਇਨਸਾਫ ਮਿਲੇ, ਜਿਹਦੇ 'ਚ ਤਫਤੀਸ਼ ਦੇ ਟਾਈਮ 'ਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਜਾਂ SHO DSP ਸਾਹਿਬ ਉੱਥੇ ਆਏ, ਸਾਨੂੰ ਇਹ ਪਤਾ ਹੈ ਕਿ ਕੋਈ ਜਿੰਨ ਨਹੀਂ ਹੈਗਾ ਕਿ 1 ਸੈਕਿੰਡ ਦੇ ਵਿੱਚ ਉਹ ਕਾਤਲ ਫੜ ਲੈਣਗੇ, ਉਹਨਾਂ ਨੂੰ ਟਾਈਮ ਚਾਹੀਦਾ, ਇਨਵੈਸਟੀਗੇਸ਼ਨ ਪਾਰਟ ਹੁੰਦਾ ਹੈ। ਤੇ ਅਸੀਂ ਉਹਨਾਂ ਦੇ ਨਾਲ ਸੀਗੇ, ਅਸੀਂ ਉੱਥੇ ਉਹਨਾਂ ਨੂੰ ਇਹੀ ਗੱਲ ਕਹੀ ਕਿ ਤੁਸੀਂ 2 ਦਿਨ 4 ਦਿਨ 5 ਦਿਨ ਜੋ ਵੀ ਲੈਣਾ ਹੈ, ਅਸੀਂ ਪਰਿਵਾਰ ਦੇ ਨਾਲ ਇੱਥੇ 4 ਦਿਨ 5 ਦਿਨ ਕੋਈ ਸੜਕ ਬਲੌਕ ਨਹੀਂ ਕਰਾਂਗੇ, ਅਸੀਂ ਕਿਸੇ ਤਰੀਕੇ ਨਾਲ ਪਬਲਿਕ ਸੇਵਾ ਨੂੰ ਸਵੱਥ ਨਹੀਂ ਕਰਾਂਗੇ, ਅਸੀਂ ਗੱਡੀ ਨਹੀਂ ਰੋਕਾਂਗੇ, ਅਸੀਂ ਇੱਕ ਸਾਈਡ ਤੇ ਕੋਈ 20,000 ਬੰਦਾ ਨਹੀਂ, ਕੋਈ 12,000 ਕੈਬ ਵਾਲਾ ਨਹੀਂ, ਜਿਹੜਾ 150-200 ਬੰਦਾ ਇੱਥੇ ਲੋਕਲ ਜਿਹੜਾ ਖੜਾ ਹੈ, ਉਹੀ ਬੈਠ ਕੇ ਸ਼ਾਂਤਮਈ ਢੰਗ ਨਾਲ ਅਸੀਂ ਇੱਥੇ ਬੈਠਾਂਗੇ ਜਦੋਂ ਤੱਕ ਕਾਤਲ ਨਹੀਂ ਫੜੇ ਜਾਂਦੇ। ਦੂਜੀ ਸਾਡੀ ਮੇਨ ਮੰਗ ਇਹ ਸੀ, ਜੋ ਬਹੁਤ ਜ਼ਰੂਰੀ ਹੈ, ਕਿ ਉਸ ਪਰਿਵਾਰ ਦੇ ਉਸ ਬੰਦੇ ਦੇ 2 ਛੋਟੇ ਬੱਚੇ ਹੈ, ਉਹ ਸਿਰਫ ਇਕੱਲਾ ਕਮਾਉਣ ਵਾਲਾ ਸੀ, ਔਰ ਇੱਥੇ ਵੀ ਉਹ ਕਿਸੇ ਆਪਣੀ ਭੈਣ ਦੇ ਕੋਲ ਰਹਿੰਦਾ ਸੀ। ਉਹ 10-12 ਸਾਲ ਤੋਂ ਕੈਬ ਆਪਰੇਟਰ ਦੀ ਲਾਈਨ ਦੇ ਵਿੱਚ ਸੀਗਾ। ਉਹਦਾ ਪਰਿਵਾਰ ਕਮਾਉਣ ਵਾਲਾ ਉਹ ਸੀਗਾ, ਉਹ ਚਲਾ ਗਿਆ ਜੀ। ਉਹਦੇ ਬੱਚਿਆਂ ਨੂੰ ਜ਼ਿੰਦਗੀ ਜਿਹੜੀ ਉਹਦੀ ਲਾਈਫ ਲਈ ਡੇਲੀ ਬੇਸਿਸ ਨੀਡਸ ਹੈਗੇ ਨੇ, ਸਟੱਡੀ, ਰੋਜ਼ਗਾਰ, ਜੋ ਵੀ ਚੀਜ਼ਾਂ ਨੇ, ਉਹ ਕੌਣ ਦਊਗਾ ਹੁਣ, ਠੀਕ ਹੈ ਜੀ। ਅਸੀਂ ਕਹਿੰਦੇ ਹਾਂ ਵੀ 25 ਮਿੰਟ ਤੱਕ ਅਗਰ ਐਂਬੂਲੈਂਸ ਉੱਥੇ ਨਹੀਂ ਪਹੁੰਚੀ ਜਾਂ ਕੋਈ ਵੀ ਕਾਰਵਾਈ ਹੋਈ, ਜੋ ਵੀ, ਚਲੋ ਦੇਖੋ ਮੰਦਭਾਗੀ ਘਟਨਾ ਕੋਈ ਜਾਣਬੁੱਝ ਕੇ ਤਾਂ ਨਹੀਂ ਹੋਈ ਉਹਦੇ ਨਾਲ, ਜਾਂ ਕਿਸੇ ਨੇ ਜਾਣਬੁੱਝ ਕੇ ਜਿਹੜੀ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਸਾਡੇ ਤੋਂ ਜੋ ਸੂਤਰ ਤੱਕ ਗੱਲ ਪਤਾ ਲੱਗੀ ਵੀ ਉਹਨਾਂ ਨੇ ਇੱਕ ਬੰਦਾ ਮਾਨਸਾ ਤੋਂ ਫੜ ਲਿਆ, ਜੋ ਵਿਦ ਵੈਪਨ ਜਾਂ ਜੋ ਵੀ ਫੜਿਆ ਗਿਆ। ਸਾਡੇ ਕੋਲ ਵੀ ਪੂਰੀ ਗੱਲ ਨਹੀਂ ਆਈ, ਇਸ ਕਰਕੇ ਅਸੀਂ ਪੂਰੀ ਗੱਲ ਨਹੀਂ ਬੋਲ ਰਹੇ, ਕਿਉਂਕਿ ਗੱਲ ਦਾ ਕਾਰਨ ਪਤਾ ਲੱਗਿਆ ਕਿ ਉਸ ਡਰਾਈਵਰ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਇਸ ਬਾਰੇ ਸਰ ਅਜੇ ਕੁਝ ਨਹੀਂ ਪਤਾ ਲੱਗਿਆ ਵੀ ਉਹ ਐਪਲੀਕੇਸ਼ਨ ਕਿਹੜੀ ਸੀ, ਨਹੀਂ ਐਪਲੀਕੇਸ਼ਨ ਤੇ ਸੀ, ਕਿਸ ਤਰੀਕੇ ਨਾਲ ਉਹਨਾਂ ਹੋਇਆ, ਉਹ ਸਾਡੇ ਨਾਲ ਅਜੇ ਕੋਈ ਵੀ ਤਫਤੀਸ਼ ਨਹੀਂ ਹੋਈ। ਇਹੀ ਪਤਾ ਲੱਗਿਆ ਕਿ ਪੁਲਿਸ ਕੱਲ ਜਾਂ ਪਰਸੋਂ ਪੂਰੀ ਤਰੀਕੇ ਨਾਲ ਦੱਸੇਗੀ, ਜੋ ਸਾਡੀ ਉਸ ਪਰਿਵਾਰ ਦੇ ਨਾਲ ਗੱਲ ਹੋਈ ਹੈ, ਠੀਕ ਹੈ ਜੀ। ਸਾਡੀ ਸਿਰਫ ਸਾਰੇ, ਅਸੀਂ ਕਿਸੇ ਯੂਨੀਅਨ ਡਰਾਈਵਰ ਦੀ ਜਾਂ ਕਿਸੇ ਆਗੂ ਵੱਲੋਂ ਨਹੀਂ ਕਹਿ ਰਹੇ, ਅਸੀਂ ਡਰਾਈਵਰ ਨੂੰ ਕਹਿ ਰਹੇ ਹਾਂ ਵੀ ਹਰ ਡਰਾਈਵਰ ਦਾ ਜਿਹੜਾ ਵੀ ਓਲਾ ਉਬਰ ਜਾਂ ਇਸ ਲਾਈਨ ਦੇ ਵਿੱਚ ਹੈਗਾ,
ਜਿਹੜੀ ਐਗਰੀਗੇਟਰ ਪਾਲਿਸੀ ਦੇ ਵਿੱਚ ਲਿਖਿਆ ਹੈ ਵੀ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਔਰ 10 ਲੱਖ ਦਾ ਟਰਮ ਇੰਸ਼ੋਰੈਂਸ, ਜੇ ਉਹਦੇ ਨਾਲ ਮਿਸਹੈਪਨਿੰਗ ਹੋ ਜਾਂਦੀ ਹੈ ਤੇ 10 ਲੱਖ ਉਹਦੇ ਨੋਮਨੀ ਜਿਹੜਾ ਪਰਿਵਾਰ ਦਾ ਹੋਰ ਉਹਨੇ ਬੰਦੇ ਨੇ ਨੋਮਨੀ ਬਣਾਇਆ ਹੋਇਆ ਉਹਨੂੰ ਮਿਲਣਾ ਚਾਹੀਦਾ ਹੈ। ਜੋ ਐਗਰੀਗੇਟਰ ਲਾਅ ਲਿਖਿਆ ਉਹ ਦੇਣਾ ਚਾਹੀਦਾ ਔਰ ਉਹਦਾ ਨਾ ਤਾਂ ਕੋਈ ਮੈਡੀਕਲ ਇੰਸ਼ੋਰੈਂਸ ਐਗਰੀਗੇਟਰ ਨੇ ਕੀਤਾ ਨਾ ਕੁਝ ਹੋਇਆ, ਉਹਦੀ ਡੈਥ ਹੋ ਗਈ, ਉਹਦਾ ਪਰਿਵਾਰ ਉਹਦੇ ਬੱਚੇ ਸਰਵਾਈਵ ਨਹੀਂ ਕਰ ਪਾਣਗੇ। ਪੰਜਾਬ ਸਰਕਾਰ ਉਹਨੂੰ ਘੱਟੋ ਘੱਟ 10-10 ਲੱਖ ਰੁਪਏ ਦੋਨਾਂ ਬੱਚਿਆਂ ਨੂੰ ਉਹਨਾਂ ਦੀ ਐਫਡੀ ਜਾਂ ਉਹਨਾਂ ਦੇ ਪਰਿਵਾਰ ਨੂੰ ਪੜ੍ਹਾਈ ਦਾ ਜਾਂ ਜੋ ਵੀ ਖਰਚਾ ਜਾਂ ਉਹਨਾਂ ਦਾ ਜ਼ਿੰਦਗੀ ਨੂੰ ਜੀਣ ਨੂੰ ਅੱਗੇ ਵਧਾਉਣ ਦਾ ਬਿਲਕੁਲ ਉਹਨਾਂ ਨੂੰ ਹੱਕ ਬਣਦਾ ਹੈ ਕਿ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ। ਔਰ ਉਸ ਪਿੱਛੇ ਸਾਡਾ ਸਿਰਫ ਇਹੀ ਹੈ ਕਿ ਉਹਦੇ ਪਰਿਵਾਰ ਦੇ ਬੱਚੇ ਨਾ ਰੋਲਣ, ਸਾਡੇ ਕਿਸੇ ਭਰਾ ਦੇ, ਕਿਉਂਕਿ ਉਹ ਅਸੀਂ ਇਹ ਸਮਝਦੇ ਹਾਂ ਇੱਕ ਡਰਾਈਵਰ ਦੇ ਤੌਰ ਤੇ ਕਿ ਮੇਰਾ ਛੋਟਾ ਭਰਾ ਮਰ ਗਿਆ ਯਾਰ ਤੇ ਉਹਦੇ ਬੱਚੇ, ਮੈਂ ਆਪਦੇ ਬੱਚੇ ਨਹੀਂ ਪਾਲ ਪਾ ਰਿਹਾ ਤੇ ਮੈਂ ਉਹਦੇ ਬੱਚੇ ਕਿਵੇਂ ਪਾਲੂੰਗਾ। ਕਿਉਂਕਿ ਅਗਰ ਮੰਨ ਲਓ ਅੱਜ ਤੁਸੀਂ ਦੇਖਿਆ ਹੀ ਹੈ ਕਿ ਜਨਰੇਸ਼ਨ ਗੈਪ ਵੀ ਇੰਨਾ ਹੈ ਕਿ 2 ਦੀ ਥਾਂ ਤੇ 1 ਬੱਚਾ ਹੋਣ ਲੱਗ ਗਿਆ ਵੀ ਆਪਾਂ 1 ਹੀ ਨਹੀਂ ਪੜ੍ਹਾ ਸਕਦੇ 2 ਕਿੱਥੋਂ ਕਰ ਲਾਂਗੇ, ਤੇ ਅਸੀਂ ਉਹਦੇ ਬੱਚੇ ਕਿਵੇਂ ਪਾਲਾਂਗੇ। ਤੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਪਰਿਵਾਰ ਨੂੰ, ਜੋ ਐਸਡੀਐਮ ਸਾਹਿਬ ਉੱਥੇ ਆਏ ਸੀ, ਅਸੀਂ ਉਹਨਾਂ ਦਾ ਬੜਾ ਆਦਰ ਸਤਿਕਾਰ ਕਰਦੇ ਹਾਂ, ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਵੀ ਬੰਦਾ ਮੁਆਵਜ਼ਾ ਜਿਹੜਾ ਤੁਸੀਂ ਕਹਿ ਰਹੇ ਹੋ ਤੁਹਾਡੀ ਮੰਗ ਅਸੀਂ ਮੰਨਾਂਗੇ, ਬਟ ਇਹ ਨਾ ਹੋਵੇ ਕਿ ਜਿਹੜੀ ਉੱਥੇ ਗੱਲ ਕਹੀ ਗਈ ਉਹ ਬਾਅਦ ਦੇ ਵਿੱਚ ਕਿਤੇ ਪ੍ਰਿੰਸੀਪਲ ਜਾਂ ਕਿਤੇ ਕਾਗਜ਼ਾਂ 'ਚ ਨਾ ਪਹੁੰਚੇ ਤੇ ਬਾਅਦ ਦੇ ਵਿੱਚ ਕੁਝ ਇਨਸਾਫ ਹੀ ਨਾ ਮਿਲੇ। ਕਿਉਂਕਿ ਉੱਥੇ ਪ੍ਰਦਰਸ਼ਨ ਹੋ ਰਿਹਾ ਸੀ ਤੇ ਉਹਨਾਂ ਨੇ ਪ੍ਰਦਰਸ਼ਨ ਨੂੰ ਖਤਮ ਕਰਨ ਵਾਸਤੇ ਨਾ ਕੋਈ ਡਿਬੇਟ ਦਿੱਤੀ ਹੋਵੇ ਜਿਹਦੇ ਵਿੱਚ ਵਿਚਾਰੇ ਉਸ ਬੰਦੇ ਦਾ ਨੁਕਸਾਨ ਹੋ ਜਾਏ। ਇੱਥੇ ਵੀ ਦੇਖਿਆ ਗਿਆ ਸੀ ਉਸ ਦਿਨ ਜਿਹੜਾ ਲਾਠੀਚਾਰਜ ਤੱਕ ਦੀਆਂ ਤਸਵੀਰਾਂ ਵੀ ਆਈਆਂ ਸੀ, ਉਹਦੇ ਵਿੱਚ ਕਿੰਨੇ ਕੁ ਡਰਾਈਵਰ ਕੋਈ ਜ਼ਖਮੀ ਵੀ ਹੋਇਆ ਸੀ, ਉਹ ਕਿਉਂ ਝੜਪ ਹੋ ਗਈ ਸੀ? देखिए जब प्रशासन के द्वारा लाठीचार्ज किया गया और यूनियन को हटाने की कोशिश की गई है, ड्राइवर को रोड से हटाने की कोशिश की, तो कई सारे ड्राइवरों को चोट भी पहुंची है। इसमें कोई छुपाने वाली बातें नहीं है और कई ड्राइवर भाई अरेस्ट भी हुए थे उस समय पर, जिनको प्रशासन ने समय के रहते कुछ समय के बाद जब मामला शांत हुआ तो उनको रिहा कर दिया गया, छोड़ दिया गया। लेकिन हमारे सूत्रों के मुताबिक और जो हमारे भाई बंधु थे उनकी सूचना के मुताबिक उनको चोट पहुँची है। ਔਰ ਜਿਹੜਾ ਇਹ ਕਤਲ ਮਾਮਲਾ ਹੋਇਆ ਪਹਿਲੀ ਵਾਰੀ ਨਹੀਂ, ਇਹ ਦੱਸਿਆ ਗਿਆ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਈ ਵਾਰਦਾਤਾਂ ਹੋਈਆਂ ਡਰਾਈਵਰਾਂ ਨਾਲ, ਕਈਆਂ ਤੋਂ ਲੁੱਟਾਂ ਖੋਹਾਂ ਦੇ ਮਾਮਲੇ ਵੀ ਸਾਹਮਣੇ ਆਏ। ਸੇਫਟੀ ਦੇ ਲਈ ਜੋ ਪ੍ਰਬੰਧ ਹੋਣਾ ਚਾਹੀਦਾ ਉਵੇਂ ਨਜ਼ਰ ਆਉਂਦਾ ਹੈ ਕੰਪਨੀਆਂ ਦੁਆਰਾ ਜਾਂ ਲੋਕਲ ਪ੍ਰਸ਼ਾਸਨ ਦੁਆਰਾ? ऐसा है कि कंपनियों के द्वारा और प्रशासन के द्वारा सुरक्षा की बात की जाए तो कोई भी ऐसे नियम नहीं दर्शाए जा रहे हैं, नहीं बताए जा रहे हैं और नहीं उनका पालन किया जा रहा है। तो हमारी यही प्रशासन से और कंपनियों से मांग है कि सुरक्षा के को लेकर के कुछ ऐसे नियम बनाए जाए जिससे हम सब सुरक्षित रहे। क्योंकि जब एक आईडी बनती है उस आईडी पर ड्राइवर के दस्तावेज सारे ले जाते हैं, डॉक्यूमेंट सारे ले जाते हैं, पुलिस वेरिफिकेशंस, उनके कागज़, उनकी परमिट वगैरह सब कुछ जमा किया जाता है, आधार कार्ड, पैन कार्ड वगैरह। लेकिन जब कोई कस्टमर अपनी आईडी बनाता है तो उसका कोई भी फेक मोबाइल नंबर से भी अपनी आईडी बना लेता है, जिसके बाद वह ड्राइवर पर पीछे से वार करता है, उसका गला काटता है, उसकी डेथ हो जाती है। तो इस प्रकार की कई सारी वारदात भी हुई है जहाँ पे मोहाली, पंचकूला, चंडीगढ़ के अंदर लूट मार भी हुई है। तो ये सब जो है कुछ गलत कंपनियों में जो आइडिया बन रही है इसके कारण है। तो मैं चाहूँगा कि प्रशासन को उन कंपनियों पर ऐसा नियम लागू करना चाहिए कि ड्राइवर भी अगर अपनी आईडी बनाता है तो वो भी उसकी भी पूरी वेरिफिकेशन उसके अंदर डाली जाए, तभी आईडी बने, तभी वो कैब को यूज कर सके, अन्यथा नहीं। ਤੁਹਾਨੂੰ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਇਸ ਵੇਲੇ ਤੇ ਕੀ ਸਾਹਮਣਾ ਕਰਨਾ ਪੈਂਦਾ? ਮੈਨੂੰ ਤਾਂ ਜੀ 15 ਸਾਲ ਹੋ ਚੁੱਕੇ ਨੇ, 15-16 ਸਾਲ ਕਿ ਹਾਂ ਵੀ ਓਲਾ ਉਬਰ ਨਾਲ ਜੁੜੇ ਹੋਏ ਨੇ। ਟੈਕਸੀ ਲਾਈਨ ਤੋਂ ਤਾਂ ਮੈਂ ਚਲੋ ਬਚਪਨ ਤੋਂ ਹੀ ਮੇਰੇ ਫਾਦਰ ਸਾਹਿਬ ਦਾ ਹੀ ਕੰਮ ਸੀਗਾ, ਮੈਂ ਤਦ ਤੋਂ ਜੁੜਿਆ ਹੋਇਆ। ਕੀ ਆਉਂਦੀ ਹੈ ਮੇਨ ਇਸ ਕੰਮ ਦੇ ਵਿੱਚ? ਕੰਮ ਦੇ ਵਿੱਚ ਦਿੱਕਤ ਹੀ ਬਹੁਤ ਵਧੀਆ ਕੰਮ ਚੱਲਦਾ ਸੀਗਾ। ਜਿਸ ਟਾਈਮ ਤੋਂ ਇਹ ਐਗਰੀਗੇਟਰ ਕੰਪਨੀਆਂ ਆਈਆਂ ਇਹਨਾਂ ਨੇ ਸਾਨੂੰ ਭੋਲੇ ਭਾਲੇ ਡਰਾਈਵਰਾਂ ਨੂੰ ਲਾਲਚ ਦਿੱਤਾ ਕਿ ਹਾਂ ਵੀ ਤੁਹਾਨੂੰ ਲੱਖਾਂ ਦੀ ਇਨਕਮ ਹੁੰਦੀ ਹੈਗੀ ਆ, ਠੀਕ ਹੈ ਜੀ। ਇਹ ਸੁਪਨੇ ਦਿਖਾ ਕੇ ਇਹਨਾਂ ਨੇ ਜਿਹੜੇ ਸਟੈਂਡ ਵਾਲੇ ਡਰਾਈਵਰ ਸੀਗੇ ਇੱਕ ਸ਼ੋਰ ਹੁੰਦੇ ਸੀਗੇ ਉੱਥੇ ਕਿ ਸਟੈਂਡ ਦੇ ਉੱਪਰ ਅਗਰ ਜਾਂਦੇ ਹਾਂ ਅਸੀਂ ਤਾਂ ਪਤਾ ਸੀ ਕਿ ਹਾਂ ਵੀ ਗੱਡੀ ਇੱਥੇ ਖੜ੍ਹਦੀ ਹੈ, ਪ੍ਰੋਪਰ ਉਹ ਸਹੀ ਹੈ ਨਾ, ਤੇ ਕਸਟਮਰ ਵੀ ਉੱਥੇ ਉਹੀ ਆਉਂਦਾ ਸੀ ਜਿਹੜਾ ਜੈਨੂਅਨ ਹੁੰਦਾ ਸੀਗਾ। ਤੇ ਹੁਣ ਹਾਲ ਦੀ ਘੜੀ ਦੇ ਵਿੱਚ ਕੰਪਨੀਆਂ ਨੇ ਡਰਾਈਵਰੀ ਲੈਣ ਦੇ ਕਿੱਤੇ ਨੂੰ ਐਦਾਂ ਕਰਤਾ ਕਿ ਪਤਾ ਨਹੀਂ ਲੱਖਾਂ ਕਰੋੜਾਂ ਰੁਪਈਆ ਡਰਾਈਵਰ ਕਮਾ ਰਹੇ ਨੇ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਾ ਲੋਕਾਂ, ਹੁਣ ਦੇਖੋ ਜਦ ਤੱਕ ਕਿਤੇ ਵਿੱਚ ਨਹੀਂ ਪਵਾਂਗੇ ਤਦ ਤੱਕ ਨਹੀਂ ਪਤਾ ਲੱਗਦਾ। ਹੁਣ ਕਿਸੇ ਨੇ ਕਹਿ ਦਿੱਤਾ ਕਿ ਮੈਂ 2 ਲੱਖ ਕਮਾਨਾ, ਜਾਂ ਫਿਰ ਕਈ ਵਾਰ ਤਾਂ ਇਹੋ ਜਿਹੀਆਂ ਐਡਾਂ ਦਿੰਦੀਆਂ ਕੰਪਨੀਆਂ ਕਿ ਲੱਗਦਾ ਕਿ ਸੱਚੀ ਕਿਤੇ ਡਰਾਈਵਰ 2 ਲੱਖ 4 ਲੱਖ ਕਮਾ ਰਿਹਾ ਹੈਗਾ। ਤੇ ਲੋਕਾਂ ਨੇ ਆਈਟੀ ਕੰਪਨੀਆਂ ਵਿੱਚੋਂ ਛੱਡੋ, ਤੁਸੀਂ ਚੰਗੀਆਂ ਪੋਸਟਾਂ ਛੱਡੋ, ਉਹਨਾਂ ਨੂੰ ਕੰਮ ਛੱਡ ਕੇ ਡਰਾਈਵਰੀ ਲਾਈਨ ਦੇ ਵਿੱਚ ਆ ਗਏ। ਹੁਣ ਇਸ ਟਾਈਮ ਦੇ ਉੱਤੇ ਅਨਲਿਮਿਟਿਡ ਗੱਡੀ ਹੋ ਚੁੱਕੀ ਆ ਬਿਲकुल कि हाँ भी पता ही नहीं किन्नी गड्डी आ। ਤੇ ਲੋਕਾਂ ਨੇ ਯੈਲੋ ਪਲੇਟ ਛੱਡੋ ਵਾਈਟ ਪਲੇਟ ਤੇ ਵੀ ਗੱਡੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਹੁਣ ਜ਼ਿਆਦਾ ਗੱਡੀ ਹੋਣ ਕਰਕੇ ਕੰਮ ਘੱਟ ਆ, ਠੀਕ ਹੈ ਜੀ। ਕੰਪਨੀਆਂ ਦੇ ਕਰਕੇ ਗੱਡੀ ਵਧੀਆ ਹੈ ਤੇ ਕੰਪਨੀਆਂ ਨੇ ਲਗਾਮ ਨਹੀਂ ਲਗਾਈ। ਮਤਲਬ ਡਰਾਈਵਰਾਂ ਦੇ ਪੱਲੇ ਘੱਟ ਪੈਂਦਾ, ਕੰਪਨੀਆਂ ਮੋਟੀ ਰਕਮ ਵਸੂਲ ਲੈਂਦੀਆਂ। ਬਿਲਕੁਲ ਜੀ ਬਿਲਕੁਲ। ਸਾਡੀ 80-20 ਦਾ ਇਹਨਾਂ ਨੇ ਪਾਲਿਸੀ ਕੀਤੀ ਹੋਈ ਆ, ਠੀਕ ਹੈ। ਤੇ ਉਸ ਦੇ ਵਿੱਚ 20% ਕੰਪਨੀ ਦਾ 80% ਡਰਾਈਵਰ ਦਾ ਹੁੰਦਾ ਹੈਗਾ। ਪਰ ਇਹਨਾਂ ਦਾ ਭਰੋਸਾ ਹੀ ਨਹੀਂ ਕੋਈ ਕੰਪਨੀਆਂ ਦਾ। ਪ੍ਰਸ਼ਾਸਨ ਨੇ ਇੰਨੀ ਖੁੱਲ੍ਹ ਦਿੱਤੀ ਹੋਈ ਹੈ ਕਿ ਇਹ ਨਹੀਂ ਪਤਾ 50 ਕੱਢ ਜਾਣ, 60% ਕੱਢ ਜਾਣ, ਅਸੀਂ ਕੁਝ ਨਹੀਂ ਕਰ ਸਕਦੇ। ਆਫਿਸ ਨਹੀਂ ਹੈਗੇ ਇੱਥੇ। ਇੱਕ ਕੰਪਨੀ ਨੂੰ ਪਾਲਿਸੀ ਲੈਣ ਲਈ ਇੱਥੇ ਆਫਿਸ ਚਾਹੀਦੇ ਹੈਗੇ ਸੀਗੇ,
ਪਹਿਲਾਂ ਸੀਗੇ ਜਿਹੜੇ ਛੋਟੇ-ਮੋਟੇ ਕੰਮ ਹੁੰਦੇ ਸੀ ਜਾਂ ਕੋਈ ਇਨਸੀਡੈਂਟ ਹੁੰਦਾ ਸੀਗਾ, ਅਸੀਂ ਆਫਿਸਾਂ ਵਿੱਚ ਜਾਂਦੇ ਸੀਗੇ, ਉੱਥੋਂ ਸੋਲੂਸ਼ਨ ਵੀ ਕਰਾਉਂਦੇ ਸੀਗੇ। ਬਟ ਕਰੋਨਾ ਕਾਲ ਤੋਂ ਬਾਅਦ ਇਹਨਾਂ ਨੇ ਆਫਿਸ ਚੱਕਦੇ, ਨਵੀਆਂ ਕੰਪਨੀਆਂ ਨਵੀਆਂ ਤੋਂ ਨਵੀਆਂ ਆਈ ਜਾਂਦੀਆਂ, ਉਹ ਬਿਨਾਂ ਲਾਇਸੈਂਸ ਤੋਂ ਪਹਿਲੇ GST ਨੰਬਰ ਤੇ ਕੰਮ ਕਰੀ ਜਾ ਰਹੀਆਂ। ਅਨਲਿਮਿਟਿਡ ਗੱਡੀਆਂ, ਵਾਈਟ ਪਲੇਟ ਗੱਡੀਆਂ ਨਾ ਟੈਕਸੀ ਨਾਲੋਂ ਜ਼ਿਆਦਾ ਹੋਣ ਲੱਗੀਆਂ ਹੋਈਆਂ। ਆਟੋ ਉਹ ਜਿਹਦੇ ਕਾਗਜ਼ ਨਹੀਂ ਕੁਛ ਨਹੀਂ ਪੁਰਾਣੇ, ਉਹ ਵੀ ਚੱਲ ਰਹੇ ਓਲਾ ਉਬਰ ਦੇ ਵਿੱਚ। ਬਾਈਕਾਂ ਉਹਨਾਂ ਦਾ ਬਿਲਕੁਲ ਹੀ ਹੁਣ ਦਿੱਲੀ ਬੈਨ ਕੀਤੀਆਂ ਹੋਈਆਂ ਹੈ ਨਾ, ਪਤਾ ਕਿ ਹਾਂ ਵੀ ਇਹਨਾਂ ਦੇ ਉੱਪਰ ਵਾਈਟ ਪਲੇਟ ਦੇ ਉੱਤੇ ਕਮਰਸ਼ੀਅਲ ਕੰਮ ਨਹੀਂ ਕਰ ਸਕਦੇ। ਉਸ ਦੇ ਬਾਵਜੂਦ ਚੰਡੀਗੜ੍ਹ ਦੇ ਵਿੱਚ ਮੈਂ ਕਹਿੰਦਾ ਅਨਲਿਮਿਟਿਡ ਕੰਮ ਚੱਲ ਰਿਹਾ। ਤਾਂ ਤੁਸੀਂ ਬਾਈ ਜੀ ਕੀ ਚਾਹੁੰਦੇ ਹੋ ਅਖੀਰ ਦੇ ਵਿੱਚ, ਕਿਉਂਕਿ ਇਸ ਕਤਲकांड ਦੀ ਕਹਾਣੀ ਨਹੀਂ ਇਕੱਲੀ ਜੁੜੀ ਹੋਈ, ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਡਰਾਈਵਰਾਂ ਦੀਆਂ ਵਿੱਚੇ ਪੈਂਡਿੰਗ ਰਹਿ ਜਾਂਦੀਆਂ ਹਰ ਕੇਸ 'ਚ। ਹੁਣ ਤੁਹਾਡੀ ਅਗਲੀ ਲੜਾਈ ਕੀ ਹੈ? ਸਰ ਸਾਡੀ ਲੜਾਈ ਤਾਂ ਪਹਿਲਾਂ ਵੀ ਉਹੀ ਚੱਲਦੀ ਆ ਰਹੀ ਸੀ, ਹੋਰ ਵੀ ਉਹੀ ਚੱਲਦੀ ਆ ਰਹੀ ਹੈ। ਸਾਡਾ ਮੇਨ ਦਿੱਕਤ ਇਹ ਹੈ ਕਿ ਜੀ ਅਸੀਂ 10 ਰੁਪਏ 20 ਰੁਪਏ ਦੀ ਕੈਬ ਨਹੀਂ ਚਲਾਵਾਂਗੇ। ਹੁਣ ਸਾਡੇ ਕੋਲ 20 ਰੁਪਏ ਦੀਆਂ, 25 ਰੁਪਏ ਦੀਆਂ, 30 ਰੁਪਏ ਦੀਆਂ, 40 ਰੁਪਏ ਦੀਆਂ, 50 ਰੁਪਏ ਦੀ ਰਾਈਡ ਆ ਰਹੀ ਹੈ। 2 ਕਿਲੋਮੀਟਰ ਚੱਕਣ ਜਾ ਰਹੇ ਹਾਂ ਕਸਬਰ ਨੂੰ, ਜਿੱਥੇ ਉਹ ਡੈਸਟੀਨੇਸ਼ਨ ਤੇ ਖੜਾ ਹੈ। 1 ਕਿਲੋਮੀਟਰ ਛੱਡਣ ਜਾ ਰਹੇ ਹਾਂ, ਜਿਸ 'ਚ ਸਾਨੂੰ 30 ਰੁਪਏ ਦੇ ਉਹਨੇ ਦਿੱਤੀ, 30 ਚੋਂ ਕਮਿਸ਼ਨ ਕੱਟ ਗਿਆ, GST ਕੱਟ ਗਿਆ। ਉਹਦੇ ਬਾਰੇ ਵੀ ਮੈਂ ਤੁਹਾਨੂੰ ਇੱਕ ਰਾਜ ਦੱਸੂਗਾ। ਤੇ ਉਹਦੇ 'ਚ ਸਾਡੇ ਕੋਲ 12 ਰੁਪਏ ਰਹਿ ਗਏ ਜਾਂ 15 ਰੁਪਏ ਰਹਿ ਗਏ, 21 ਰੁਪਏ ਰਹਿ ਗਏ। ਤੁਹਾਨੂੰ ਲੱਗਦਾ ਕਿ 7 ਲੱਖ ਦੀ ਗੱਡੀ ਤੇ ਅਸੀਂ 1 ਰੁਪਏ ਦੀ ਰਾਈਡਾਂ ਲਾਵਾਂਗੇ ਅਸੀਂ ਚਲਾ ਕੇ? ਕਿੱਥੋਂ ਪੂਰੇ ਕਰਾਂਗੇ ਟਾਇਰ ਦੀ ਘਸਾਈ ਬਾਈ ਜੀ? ਤੇ ਮਕਸਦ ਇਹੀ ਹੈ ਬਾਈ ਜੀ, ਅਸੀਂ 0 ਤੋਂ 3 ਕਿਲੋਮੀਟਰ ਜਿਹੜੀ ਸਾਡੀ ਪਹਿਲੀ ਮੰਗ ਹੈ, 0 ਤੋਂ 3 ਕਿਲੋਮੀਟਰ ਜਿਹੜੀ ਸਵਾਰੀ ਸਾਡੀ ਕੈਬ ਬੁੱਕ ਕਰੂਗੀ ਉਹਨੂੰ ਪਹਿਲਾਂ ਹੀ ਬੁੱਕ ਕਰਦੇ। ਇਹ ਚੀਜ਼ਾਂ ਪੱਕਾ ਹੋ ਜਾਏ ਵੀ ਉਹਨੇ 100 ਰੁਪਏ ਦਾ ਘੱਟੋ ਘੱਟ ਸਾਨੂੰ ਦੇਣਾ ਹੀ ਹੈ ਜੇ ਉਹ ਕੈਬ 'ਚ ਬਹਿ ਗਿਆ। ਚਾਹੇ 0 ਕਿਲੋਮੀਟਰ ਤੋਂ ਅਸੀਂ ਉਹਨੂੰ ਚੱਕਿਆ, 1 ਕਿਲੋਮੀਟਰ ਤੋਂ ਉਤਾਰਤਾ ਤਾਂ ਵੀ 100, 2 ਤੇ ਉਤਾਰਤਾ ਤਾਂ ਵੀ 100, 3 ਤੇ ਉਤਾਰਤਾ ਤਾਂ ਵੀ 100। 3 ਕਿਲੋਮੀਟਰ ਤੋਂ ਬਾਅਦ ਸਾਨੂੰ ਮਿਨੀਮਮ ਰੇਟ ਸਾਡਾ 20 ਤੋਂ 25 ਰੁਪਏ ਪਰ ਕਿਲੋਮੀਟਰ ਅੱਗੇ ਅਟੈਚ ਹੁੰਦਾ ਰਹੂਗਾ, ਜਿਵੇਂ ਆਟੋ ਦੇ ਵਿੱਚ ਚੰਡੀਗੜ੍ਹ ਚੱਲਦਾ। ਦੂਜੀ ਗੱਲ ਬਈ ਜੀ, ਸਟੇਟ ਟੈਕਸ, ਟੋਲ ਟੈਕਸ, ਸਟੇਟ ਸਭ ਐਕਸਟਰਾ ਹੋਊਗਾ। GST ਵੀ ਕਸਟਮਰ ਤੋਂ ਲਈ ਜਾਏਗੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ ਵੀ ਅਸੀਂ ਕਿਸੇ ਸ਼ੋਰੂਮ ਤੇ ਗਏ, ਅਸੀਂ ਸ਼ਰਟ ਖਰੀਦੀ 2000 ਰੁਪਏ ਜਾਂ 999 ਰੁਪਏ ਦਾ ਟੈਗ ਲੱਗਿਆ ਹੁੰਦਾ। ਉਹ ਜਿਹੜਾ ਟੈਗ ਲੱਗਿਆ ਬਈ ਜੀ, ਉਹ ਜਦੋਂ ਅਸੀਂ ਬਿੱਲ ਪੇ ਕਰਦੇ ਆ, ਉਹ 'ਚ GST ਜਿਹੜਾ ਹੈਗਾ ਉਹ ਅਸੀਂ ਕਸਟਮਰ ਪੇ ਕਰਦੇ ਆ। ਜਿਹੜੇ ਕੰਪਨੀ ਦਾ ਟੈਗ ਲੱਗਿਆ ਉਹ ਤਾਂ ਨਹੀਂ ਪੇ ਕਰਦੀ ਨਾ। ਜਦੋਂ ਕਸਟਮਰ ਜਿਹੜਾ ਖਰੀਦ ਰਿਹਾ ਹੈ, ਜਿਹੜੀ ਸਾਡੀ ਕੈਬ ਦੀ ਸਰਵਿਸ ਲੈ ਰਿਹਾ ਹੈ, ਜੇ GST ਲੱਗੂਗੀ ਤਾਂ ਉਹਨੂੰ ਲੱਗਣੀ ਚਾਹੀਦੀ ਹੈ ਜਾਂ ਸਾਨੂੰ ਲੱਗਣੀ ਚਾਹੀਦੀ ਹੈ? ਜਦੋਂ ਅਸੀਂ ਕੋਈ ਚੀਜ਼ ਖਰੀਦ ਰਹੇ ਹਾਂ ਉਹਦੇ ਲਈ ਤਾਂ ਰੂਲ ਇਹ ਹੈ ਕਿ ਜਦੋਂ ਅਸੀਂ ਕੋਈ 900 ਰੁਪਏ 99 ਰੁਪਏ ਦੀ ਸ਼ਰਟ ਖਰੀਦੀ ਕਿਸੇ ਦੀ ਬ੍ਰਾਂਡ ਦੀ, ਉਹਦੇ ਤੇ GST ਲੱਗਿਆ ਤਾਂ ਇਹ 1100 ਰੁਪਏ ਦੀ ਸ਼ਰਟ ਬਣ ਗਈ, ਅਸੀਂ ਪੇ ਕਰਤੇ। ਜਿਹੜੀ ਕੰਪਨੀ ਹੈ ਜਿਹਨੇ ਮਾਲ ਵੇਚਿਆ ਉਹਦੇ ਕੋਲ 999 ਆ ਗਏ, GST ਉੱਥੇ ਕੱਟਿਆ ਗਿਆ, ਉਹਦਾ ਕਸਟਮਰ ਤੋਂ ਲੈ ਲਿਆ। ਇੱਥੇ ਉਲਟਾ ਹੈ ਕਿ ਸਾਡੇ ਕੋਲ 900 ਰੁਪਏ ਦੀ ਰਾਈਡ ਤਾਂ ਪੈ ਗਈ, ਜਿਹੜਾ 18% GST ਉਹ ਵੀ ਸਾਡੇ ਤੋਂ ਕੱਟ ਰਹੇ ਨੇ। ਉਸ ਤੋਂ ਬਾਅਦ 5% ਸਰਵਿਸ ਟੈਕਸ ਕੱਟ ਰਹੇ ਨੇ, 30% ਕਮਿਸ਼ਨ ਕੱਟ ਰਹੇ ਨੇ। 100 ਰੁਪਏ 'ਚੋਂ ਭਾਜੀ ਸਾਡੇ ਪੱਲੇ ਦਾ 45 ਰੁਪਏ ਪਿਆ। 45 ਚੋਂ ਵੀ ਤੁਸੀਂ ਇਹ ਲਾ ਲਓ ਵੀ ਜਿਹੜਾ 5% ਇਹ ਕਹਿ ਰਹੇ ਆ, ਜਿਹੜਾ ਸਰਵਿਸ ਟੈਕਸ ਕਹਿ ਰਹੇ ਆ, ਸਾਡੇ ਕੋਲ 85% ਲੋਕ ਇਦਾਂ ਦੇ ਡਰਾਈਵਰ ਹੈ ਜਿਨ੍ਹਾਂ ਨੂੰ ਐਂਡਰਾਇਡ ਫੋਨ ਚਲਾਉਣਾ ਨਹੀਂ ਆਉਂਦਾ। ਪਹਿਲੀ ਗੱਲ ਜੀ, ਉਹਨਾਂ ਨੇ ਅੱਜ ਤਾਈਂ ਕਦੀ ਨਿਲ ਦੀ ਰਿਟਰਨ ਵੀ ਨਹੀਂ ਭਰੀ। ਠੀਕ ਹੈ ਜੀ, ਜਿਹੜਾ ਇਹ ਲਾਅ ਹੈ ਕਿ ਜਿਹੜਾ ਸਰਵਿਸ ਟੈਕਸ ਕਰਦੇ ਆ ਉਹਦੇ ਵਿੱਚ ਇਹ ਕਹਿੰਦੇ ਆ ਵੀ 5 ਲੱਖ ਦਾ ਜੇ ਤੁਸੀਂ ਸਾਲ ਦਾ ਇਨਕਮ ਕਰਦੇ ਹੋ ਤੁਹਾਨੂੰ ਰਿਟਰਨ ਭਰਨੀ ਪਏਗੀ ਤੇ ਤੁਸੀਂ ਸਰਵਿਸ ਟੈਕਸ ਤੁਹਾਡਾ ਤਾਂ ਕੱਟ ਰਹੇ ਆ। ਜੇ ਤੁਸੀਂ 5 ਲੱਖ ਤੋਂ ਥੱਲੇ ਆਉਣੇ ਹੋ, ਬਿਲੋ ਆਉਣੇ ਹੋ, ਤਾਂ ਤੁਸੀਂ ਉਹਦਾ ਕਲੇਮ ਕਰ ਸਕਦੇ ਹੋ ਰਿਟਰਨ ਦਾ, ਉਹ ਸਾਰਾ 5% ਤੁਹਾਨੂੰ ਵਾਪਸ ਮਿਲ ਜੂਗਾ। ਜਿਹੜਾ 85% ਬੰਦਾ ਰਿਟਰਨ ਹੀ ਨਹੀਂ ਭਰਦਾ, ਉਹਨੇ ਸਰਵਿਸ ਟੈਕਸ 5% ਲੈਣਾ ਕਿੱਥੋਂ ਹੈ? 30% ਕਮਿਸ਼ਨ ਗਿਆ ਜੀ, 18% ਸਾਡੇ ਤੋਂ GST ਕੱਟ ਲਿਆ, 48 ਹੋ ਗਿਆ ਜੀ, 5% ਸਾਡੇ ਤੋਂ ਸਰਵਿਸ ਟੈਕਸ ਕੱਟ ਲਿਆ, 53% ਇੱਕ ਰਾਈਡ ਚੋਂ ਕੱਟ ਲਿਆ। ਸਾਡੇ ਪੱਲੇ 43 ਹੈਗਾ, ਜਿਸ 'ਚ ਟੈਕਸ ਵੀ ਅਸੀਂ ਦੇਣਾ ਹੈ, ਫਿਊਲ ਵੀ ਅਸੀਂ ਪਾਉਣਾ ਹੈ, ਡਰਾਈਵਰ ਵੀ ਸਾਡਾ, ਗੱਡੀ ਵੀ ਸਾਡੀ, ਕਿਸ਼ਤ ਵੀ ਸਾਡੇ ਸਿਰ, ਤੇ ਅਸੀਂ ਸਰਵਾਈਵ ਕਿਵੇਂ ਕਰਾਂਗੇ? ਜਿੱਥੇ ਤਾਂ ਡਰਾਈਵਰਾਂ ਦੀਆਂ ਇਹ ਸਾਰੀਆਂ ਮੰਗਾਂ ਨੇ, ਜੇ ਕਤਲ ਕੇਸ ਨਾਲ ਜੁੜੀ ਹੋਵੇ ਗੱਲ, ਤੇ ਹੁਣ ਅਖੀਰ ਤੱਕ ਜੇਕਰ ਪੁਲਿਸ ਤੁਹਾਨੂੰ ਸਾਰਾ ਕੁਝ ਦੱਸ ਦਿੰਦੀ ਹੈ ਕਿ ਆਹ ਕਾਤਲ ਸੀ, ਇਹਨਾਂ ਨੇ ਕਤਲ ਕਿਉਂ ਕੀਤਾ, ਤਾਂ ਫਿਰ ਤੋਂ ਤੁਹਾਡੀ ਸੰਤੁਸ਼ਟੀ ਹੈ? ਜੇ ਨਹੀਂ ਦੱਸਦੀ ਫਿਰ ਕੀ ਕਰੋਗੇ? ਦੇਖਿਏ ਜੀ, ਸਾਡੀ ਕੋਈ ਸੰਤੁਸ਼ਟੀ ਨਹੀਂ ਹੈ। ਅਸੀਂ ਡਰਾਈਵਰ ਭਰਾ ਹਾਂ, ਪਰਿਵਾਰ ਦੇ ਨਾਲ ਖੜੇ ਹਾਂ। ਪਰਿਵਾਰ ਦੀ ਸੰਤੁਸ਼ਟੀ ਹੋਣੀ ਸਭ ਤੋਂ ਮੇਨ ਜ਼ਰੂਰੀ ਹੈ। ਜੋ ਪਰਿਵਾਰ ਸਾਨੂੰ ਬੇਨਤੀ ਕਰੂਗਾ ਜਾਂ ਜਿੱਥੇ ਦੁੱਖ ਤਕਲੀਫ 'ਚ ਜਿਸ ਦਫ਼ਤਰ 'ਚ ਜਾਣਾ ਚਾਹੁੰਦਾ ਹੋਇਆ, ਕਿਸੇ ਕੋਰਟ ਦੇ ਵਿੱਚ ਜਾਣਾ ਚਾਹੁੰਦਾ ਹੋਇਆ, ਉਹ ਬਹੁਤ ਹੀ ਗਰੀਬੀ ਬਲੋ ਲੈਵਲ ਤੇ ਕਰ ਰਿਹਾ। ਉਹਨਾਂ ਕੋਲ ਤਾਂ ਵਿਚਾਰਿਆਂ ਕੋਲ ਐਂਬੂਲੈਂਸ ਦੇ ਪੈਸੇ ਵੀ ਨਹੀਂ ਸੀ ਲਿਜਾਣ ਵਾਸਤੇ। 400 ਕਿਲੋਮੀਟਰ ਗੱਡੀ ਗਈ ਹੈ ਜੀ, 800 ਕਿਲੋਮੀਟਰ ਦੇ 12-13 ਰੁਪਏ ਲੈ ਲਿਆ। ਪਿੰਡ ਸ਼ਹਿਰ ਦੇ ਰਹਿਣ ਵਾਲੇ ਉਹ ਰਾਜਸਥਾਨ ਦੇ ਜੁਜਰੂ ਦੇ ਸੀਗੇ ਜੀ। ਠੀਕ ਹੈ ਜੀ, ਪ੍ਰਸ਼ਾਸਨ ਨੇ ਮੈਨੂੰ ਇਹ ਗੱਲ ਕਹੀ ਸੀ ਫੋਨ ਦੇ ਉੱਤੇ, ਦੇਖੋ ਮੈਂ ਉਹ ਰਿਕਾਰਡਿੰਗ ਤਾਂ ਨਹੀਂ ਕਰ ਪਾਇਆ, ਨਾ ਮੈਂ ਕਦੀ ਸੋਚੀ ਸੀ ਗੱਲ, ਕਿ ਉਹ ਜਿਹੜੀ ਐਂਬੂਲੈਂਸ ਦਾ ਖਰਚਾ ਉਹ ਪ੍ਰਸ਼ਾਸਨ ਦੇਊਗਾ। ਉੱਥੇ ਜਾ ਕੇ ਉਹ ਮਤਲਬ ਦੇਖੋ ਕੈਬ ਕਿੰਨੇ ਪੈਸੇ ਮਿਲੇ ਫਿਰ? 12-13 ਰੁਪਏ ਕੈਬ ਵਾਲੇ ਉਹਨੇ ਲੈ ਲਿਆ, ਐਂਬੂਲੈਂਸ ਵਾਲੇ ਨੇ। ਪਰ ਐਂਬੂਲੈਂਸ ਵਾਲੇ ਦਾ ਵੀ ਬਈ ਕਸੂਰ ਨਹੀਂ, ਜਦੋਂ ਪ੍ਰਸ਼ਾਸਨ ਨੇ ਪੈਸੇ ਦਿੱਤੇ ਹੀ ਨਹੀਂ ਜਾਂ ਉਹਨੂੰ ਕਹਿ ਕੇ ਨਹੀਂ ਕਿ ਵੀ ਤੂੰ ਛੱਡ ਕੇ ਆ ਜਾ, ਪੈਸੇ ਤੈਨੂੰ ਪ੍ਰਸ਼ਾਸਨ ਦੇਊਗਾ, ਠੀਕ ਹੈ, ਤੂੰ ਬਿੱਲ ਬਣਾ ਦੀ ਅਸੀਂ ਤੈਨੂੰ ਦੇ ਦਾਂਗੇ, ਤੇ ਉਹਨੇ ਤਾਂ ਲੈ ਲਿਆ ਆਪਦੇ ਫਿਰ ਨੇ। ਤੇ ਮਤਲਬ ਮਿਸਗਾਈਡਿੰਗ ਹੋ ਰਹੀ ਹੈ। ਮੈਂ ਇਹ ਚਾਹੁੰਦਾ ਕਿ ਪ੍ਰਸ਼ਾਸਨ ਜੋ ਕੰਮ ਕਰ ਰਿਹਾ ਹੈ, ਜੋ
ਪੁਲਿਸ ਕਰ ਰਹੀ ਹੈ, ਅਸੀਂ ਉਸ ਦੀ ਕਾਰਵਾਈ ਦੇ ਨਾਲ ਹੈ। ਜੋ ਵੀ ਉਹ ਤਫਤੀਸ਼ ਕਰਨਗੇ, ਸਾਨੂੰ ਉਸ ਬਾਰੇ ਨਹੀਂ ਪਤਾ। ਉਹ ਪ੍ਰਸ਼ਾਸਨ ਪਹਿਲਾਂ ਤਾਂ ਉਹ ਪਰਿਵਾਰ ਦੇਖੇਗਾ ਉਹਨਾਂ ਨੂੰ ਸੰਤੁਸ਼ਟੀ ਹੈ ਕਿ ਨਹੀਂ। ਪਰ ਅਸੀਂ ਇਹ ਮੰਗ ਕਰਦੇ ਹਾਂ, ਉਹ ਸਾਨੂੰ ਕਹਿੰਦੇ ਅਸੀਂ ਰੂਲ ਬਣਨਾ ਚਾਹੀਦਾ ਹੈ ਕਿ ਜੇ ਬੰਦਾ ਕਿਸੇ ਦਾ ਮਿਸਹੈਪਨਿੰਗ ਡਰਾਈਵਰ ਦੀ ਡੈਥ ਹੋ ਜਾਂਦੀ ਹੈ, ਚੰਡੀਗੜ੍ਹ ਹੋਵੇ, ਮਾਲੀ ਹੋਵੇ, ਪੰਜਾਬ ਹੋਵੇ, ਦਿੱਲੀ ਹੋਵੇ, ਕਿਤੇ ਵੀ ਗੱਡੀ ਚਲਾ ਰਿਹਾ, ਕਿਸੇ ਵੀ ਐਗਰੀਗੇਟਰ ਪਾਲਿਸੀ ਚਲਾ ਰਿਹਾ ਹੈ, ਉਹਦਾ ਟਰਮ ਇੰਸ਼ੋਰੈਂਸ ਔਰ ਮੈਡੀਕਲ ਇੰਸ਼ੋਰੈਂਸ ਐਗਰੀਗੇਟਰ ਕਰਾ ਕੇ ਦੇਵੇ। ਰੂਲ ਔਰ ਰੈਗੂਲਰ ਹੋਏ ਚਾਹੀਏ ਔਰ ਸਾਡੀ ਹੜਤਾਲ 'ਚ ਵੀ ਮੰਗ ਹੈ। ਜੀ ਬਹੁਤ ਸ਼ੁਕਰੀਆ। ਤਾਂ ਇਹ ਡਰਾਈਵਰਾਂ ਦੀ ਮੰਗ ਹੈ। ਔਰ ਜਿਹੜਾ ਇੱਕ ਕਤਲ ਕੇਸ ਹੋਇਆ ਸੀ 31 ਜੁਲਾਈ ਨੂੰ, ਉਸ ਨੂੰ ਲੈ ਕੇ ਸਾਰੀਆਂ ਗੱਲਾਂ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਹਾਲੇ ਤੱਕ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦਾ ਕਹਿਣਾ ਹੈ। ਪਰ ਉਸ ਤੋਂ ਵੀ ਹਾਲੇ ਕੁਝ ਕਢਾਉਣਾ ਬਾਕੀ ਹੈ ਕਿ ਉਹਨਾਂ ਨੇ ਕਤਲ ਡਰਾਈਵਰ ਦਾ ਕੀਤਾ ਤੇ ਕਿਉਂ ਕੀਤਾ। ਦੇਖਦੇ ਹਾਂ ਪੁਲਿਸ ਇਸ ਮਸਲੇ ਦੇ ਵਿੱਚ ਜਵਾਬ ਕੀ ਦਿੰਦੀ ਹੈ।